ਦਿੱਕਤਾਂ ਆ ਰਹੀਆਂ ਨੇ, ਸਮੱਸਿਆਵਾਂ ਆ ਰਹੀਆਂ ਨੇ, ਬਹੁਤ ਸਾਰੇ ਤਰੀਕਿਆਂ ਦੀ ਹਰਾਸਮੈਂਟ ਰਹੀ ਹੈ। ਹੁਣ ਇਹ ਕਾਨੂੰਨ ਜਿਹੜਾ ਆ ਇਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੇ ਜਿਹੜੇ ਪ੍ਰੋਬਲਮਸ ਆ ਰਹੀਆਂ ਸੀ ਲੱਗਦਾ ਕਿ ਸੋਲਵ ਹੋ ਜਾਣਗੀਆਂ? ਜਿਹੜੇ ਤਾਂ ਬੱਚਾ ਨਹੀਂ ਹੋ ਰਿਹਾ, ਜਿਨ੍ਹਾਂ ਦੇ ਆਪਣੇ ਹੀ ਬੱਚਾ ਕਰਨਾ ਹੈਗਾ, ਵੀ ਹਸਬੈਂਡ ਵਾਈਫ ਦਾ ਹੈ, ਉਹਨਾਂ ਦਾ ਟ੍ਰੀਟਮੈਂਟ ਕਰਨਾ, ਉਹਨਾਂ ਦਾ IVF करना है, ਬੱਚਾ करना है, ਉੱਥੇ कोई प्रॉब्लम नहीं है। इस एक्ट को चाहिए एक रजिस्ट्रेशन एक बोर्ड के अंदर। वो बोर्ड अभी तक प्रॉपरली ऑपरेशनल नहीं हुआ, अथॉरिटी अभी सेटअप नहीं हुई। डॉक्टर्स आर वांटिंग कि हमारा जितनी जल्दी हो सकता है सेट डाउन हो एंड वी कैन वर्क इट विदाउट एनी पेन। ਜਿਹੜੀ ਮੇਨ ਪ੍ਰੋਬਲਮ ਹੈ ਉਹ ਥਰਡ ਪਾਰਟੀ ਹੈ। ਥਰਡ ਪਾਰਟੀ ਦਾ ਕੀ ਮਤਲਬ ਹੈ? ਜਿੱਥੇ ਔਰਤ ਦਾ ਐਗ ਨਹੀਂ ਬਣ ਰਿਹਾ ਤੇ ਸਾਨੂੰ ਹੋਰ ਕਿਸੇ ਲੇਡੀ ਤੋਂ ਐਗ ਲੈਣੇ ਪੈਂਦੇ ਆ। ਇਹ ਬੜੀ ਅਹਿਮ ਚੀਜ਼ ਆ, ਮੈਨੂੰ ਲੱਗਦਾ ਕਿ ਇਸ ਐਕਟ ਦੇ ਨਾਲ ਉਸ ਚੀਜ਼ ਤੇ ਵੀ ਇੱਕ ਮੇਨ ਪਰਪਸ ਉਹੀ ਹੈ ਜੀ, ਮੇਨ ਪਰਪਸ ਉਹੀ ਹੈ ਕਿ ਜਿੱਥੇ ਵੀ ਸ਼ੋਸ਼ਣ ਹੋ ਰਿਹਾ ਸੀ ਉਹਨੂੰ ਰੋਕਿਆ ਜਾਏ। कौन से रजिस्ट्रेशन हैं, कौन से फॉर्म्स हैं, क्या हमारा मोडस ऑफ ऑपरेंडा होना चाहिए सो दैट वी कैन वर्क फ्री एंड देयर शुड बी नो एम्बिग्यूटी इन ऑपरेशंस ऑफ दी एनी प्रोसीजर्स। ਤੇ ਜੇ ਹਸਬੈਂਡ ਦੇ ਸਪਰਮ ਕਈ ਵਾਰੀ ਨਹੀਂ ਬਣ ਸਕਦੇ ਜਾਂ ਉਹਦੀ ਅੰਦਰ ਟੈਸਟਿਸ ਵੀ ਨਹੀਂ ਹੁੰਦੇ, ਉਦੋਂ ਸਾਨੂੰ ਡੋਨਰ ਬੈਂਕ ਤੋਂ ਸਪਰਮ ਵੀ ਲੈਣੇ ਪੈਂਦੇ, ਡੋਨਰ ਸਪਰਮ ਵੀ ਲੈਣੇ ਪੈਂਦੇ। ਪ੍ਰੋਬਲਮ ਉਸ ਏਰੀਆ 'ਚ ਹੈਗੀ ਆ। ਪ੍ਰਸ਼ਾਸਨ ਦੇ ਨਾਲ ਜਾਂ ਜਿਵੇਂ ਤੁਸੀਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਰਹੇ ਹੋ, ਹੁਣ ਤੱਕ ਕੋਈ ਅਫੀਸ਼ੀਅਲ ਤੌਰ ਤੇ ਕੋਈ ਪਹੁੰਚ ਕੀਤੀ ਗਈ ਉਹਨਾਂ ਤੱਕ, ਖਾਸ ਕਰਕੇ ਚੰਡੀਗੜ੍ਹ ਦੀ ਅਸੀਂ ਗੱਲ ਕਰ ਰਹੀ ਜਾਂ ਇਸ ਇਲਾਕੇ ਦੀ ਗੱਲ ਕਰ ਰਹੇ? डे एंड नाइट लेटर्स वी आर बीन फॉर्मुलेटिंग एंड उनको फ्लोट कर रहे हैं आगे, ताकि द मैटर को जल्दी से जल्दी इस चीज़ को फॉर्मलाइज किया जाए एंड इसमें बॉडीज़ की कॉन्स्टिट्यूशन हो। ਹੁਣ ਜਿਵੇਂ ਡੋਨਰਸ ਹੈ, ਹੁਣ ਪਿੱਛੇ ਵੀ ਤੁਸੀਂ ਕੇਸ ਸੁਣਿਆ ਹੋਣਾ ਇਰੋਡ ਦਾ, ਕਿ ਜਿੱਥੇ 16 ਸਾਲ ਦੀ ਲੜਕੀ ਦੇ ਐਗ ਲਿੱਤੇ ਗਏ, ਵਿਚ ਇਜ਼ ਵੈਰੀ ਅਨਐਥੀਕਲ ਫॉर ਐਨੀਬਡੀ ਟੂ ਡੂ ਦੈਟ। ਕਿ ਐਕਟ ਤਾਂ ਬਣਾ ਦਿੱਤਾ ਗਿਆ ਪਰ ਇੰਪਲੀਮੈਂਟੇਸ਼ਨ ਨਹੀਂ ਹੋਈ। ਇੰਪਲੀਮੈਂਟੇਸ਼ਨ ਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਗਵਰਨਮੈਂਟ ਦੀ। हाँ, गवर्नमेंट भी है, पर आई थिंक गवर्नमेंट इज टेकिंग इट्स टाइम। दे आर गोइंग स्टेप वाइज के हो, बट राइट नाउ दे आर मोर इंटरेस्टेड के बॉडीज बन जान ते सेंटर रजिस्टर हो जान। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਕੁਝ ਸਮੇਂ ਤੋਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਸੈਰੋਗੇਸੀ ਦੇ ਮਾਮਲੇ ਨੂੰ ਲੈ ਕੇ ਆ ਰਹੀਆਂ ਨੇ। ਕੁਝ ਕਿਉਂਕਿ ਅੱਜ ਕੱਲ੍ਹ ਇੱਕ ਬੜੀ ਅਜੀਬ ਜੀ ਸਮੱਸਿਆ ਹੈਗੀ ਹੈ। ਬਹੁਤ ਸਾਰੇ ਜਿਹੜੇ ਜੋੜੇ ਨੇ, ਨਵੇਂ ਵਿਆਹੇ ਜੋੜੇ ਨੇ, ਉਹਨਾਂ ਦੇ ਵਿੱਚ ਬੱਚੇ ਦੀ ਸਮੱਸਿਆ ਆ ਰਹੀ ਹੈ। ਤਾਂ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਨੇ, ਪਰ ਨਾਲ ਦੀ ਨਾਲ ਉਹਨਾਂ ਦੇ ਉੱਪਰ ਇੱਕ ਰੈਗੂਲੇਸ਼ਨ ਜਿਹੜੀ ਸੀਗੀ ਉਹ ਨਹੀਂ ਸੀਗੀ। ਹੁਣ ਇੱਕ ਨਵਾਂ ਐਕਟ ਆਇਆ ਹੈਗਾ 2021 ਦੇ ਵਿੱਚ, ਇਹ ਐਕਟ ਜਿਹੜਾ ਇੰਪਲੀਮੈਂਟ ਕੀਤਾ ਗਿਆ, ਪਰ ਉਸ ਨੂੰ ਲੈ ਕੇ ਬਹੁਤ ਸਾਰੇ ਸਵਾਲ, ਬਹੁਤ ਸਾਰੇ ਕਿੰਤੂ ਪਰੰਤੂ ਹੈਗੇ ਨੇ। ਅੱਜ ਉਸ ਬਾਬਤ ਗੱਲ ਕਰਨੀ ਹੈ। ਸਾਡੇ ਨਾਲ ਡਾਕਟਰ ਉਮੇਸ਼ ਜਿੰਦਲ ਨੇ। ਗੱਲਬਾਤ ਕਰਕੇ ਸਮਝਣਾ ਹੈਗਾ ਕਿ ਇਹ ਨਵਾਂ ਕਾਨੂੰਨ ਹੈ ਕੀ ਤੇ ਇਹਦੇ ਨਾਲ ਕੀ ਦਿੱਕਤਾਂ ਸੀਗੀਆਂ ਇਸ ਤੋਂ ਪਹਿਲਾਂ, ਕਿਉਂਕਿ ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਲਗਾਤਾਰਤਾ ਦੇ ਵਿੱਚ ਚੱਲਦੀਆਂ ਰਹੀਆਂ, ਜਿਹੜੀਆਂ ਵੱਡੇ ਸਵਾਲ ਖੜੇ ਕਰ ਰਹੀਆਂ ਸੀਗੀਆਂ। ਗੱਲਬਾਤ ਕਰਕੇ ਸਮਝਣਾ ਹੈਗਾ ਕਿ ਇਹ ਜਿਹੜਾ ਕਾਨੂੰਨ ਆਇਆ ਇਹ ਫਾਇਦੇ ਦੇ ਵਿੱਚ ਹੈਗਾ, ਇਸ ਤੋਂ ਪਹਿਲਾਂ ਜੇ ਕਾਨੂੰਨ ਨਹੀਂ ਸੀਗਾ ਇਸ ਦੇ ਕੀ ਨੁਕਸਾਨ ਸੀ, ਪਰ ਇੱਕ ਕਾਨੂੰਨ ਜੇ ਬਣਾ ਵੀ ਦਿੱਤਾ ਗਿਆ ਹੈਗਾ ਤਾਂ ਇਹਦੇ ਵਿੱਚ ਵੀ ਕੀ ਊਣਤਾਈਆਂ ਹੈਗੀਆਂ ਜਾਂ ਕੀ ਪ੍ਰੋਬਲਮਸ ਹੈਗੀਆਂ ਜਿਹੜੀਆਂ ਹਲੇ ਸੋਲਵ ਹੋਣੀਆਂ ਚਾਹੀਦੀਆਂ। ਮੈਮ, ਸਭ ਤੋਂ ਪਹਿਲਾਂ ਸਵਾਗਤ ਤੁਹਾਡਾ। ਇਹ ਜਿਹੜੀ ਸਮੱਸਿਆ ਅੱਜ ਕੱਲ੍ਹ ਕਿਉਂਕਿ ਆਮ ਦੇਖਣ ਦੇ ਵਿੱਚ ਆ ਗਈ ਹੈਗੀ ਹੈ, ਬਹੁਤ ਸਾਰੇ ਨਵੇਂ ਜਿਹੜੇ ਕਪਲਸ ਹੈਗੇ ਨੇ, ਬੱਚੇ ਹੈਗੇ ਨੇ, ਉਹਨਾਂ ਦੇ ਵਿੱਚ ਬੱਚਾ ਪੈਦਾ ਕਰਨ ਦੀ ਸ਼ਮਤਾ ਨਹੀਂ ਹੁੰਦੀ, ਤਾਂ ਉਸ ਤੋਂ ਬਾਅਦ ਵੱਖ-ਵੱਖ ਪ੍ਰੋਸੀਜਰ ਅਪਣਾਏ ਜਾਂਦੇ ਨੇ, ਪਰ ਕਾਨੂੰਨ ਨਹੀਂ ਸੀਗਾ ਕੋਈ। ਬਹੁਤ ਸਾਰੇ ਥਾਵਾਂ 'ਤੇ ਵੀ ਦੇਖਣ ਦੇ ਵਿੱਚ ਆਇਆ ਕਿ ਦਿੱਕਤਾਂ ਆ ਰਹੀਆਂ ਨੇ, ਸਮੱਸਿਆਵਾਂ ਆ ਰਹੀਆਂ ਨੇ, ਬਹੁਤ ਸਾਰੇ ਤਰੀਕਿਆਂ ਦੀ ਹਰਾਸਮੈਂਟ ਰਹੀ ਹੈ। ਹੁਣ ਇਹ ਕਾਨੂੰਨ ਜਿਹੜਾ ਆ ਇਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੇ ਜਿਹੜੇ ਪ੍ਰੋਬਲਮਸ ਆ ਰਹੀਆਂ ਸੀ ਲੱਗਦਾ ਕਿ ਸੋਲਵ ਹੋ ਜਾਣਗੀਆਂ? ਸੀ ਜਿਹੜੇ ਤਾਂ ਬੱਚਾ ਨਹੀਂ ਹੋ ਰਿਹਾ, ਜਿਨ੍ਹਾਂ ਦੇ ਆਪਣੇ ਹੀ ਬੱਚਾ ਕਰਨਾ ਹੈਗਾ, ਵੀ ਹਸਬੈਂਡ ਵਾਈਫ ਦਾ ਹੈ, ਉਹਨਾਂ ਦਾ ਟ੍ਰੀਟਮੈਂਟ ਕਰਨਾ, ਉਹਨਾਂ ਦਾ IVF ਕਰਨਾ ਹੈ, ਬੱਚਾ ਕਰਨਾ ਹੈ, ਉੱਥੇ ਕੋਈ ਪ੍ਰੋਬਲਮ ਨਹੀਂ ਹੈ। ਪੁਰਾਣੇ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਸੀ ਤੇ ਅਦਰਵਾਈਜ਼ ਵੀ ਕੋਈ ਪ੍ਰੋਬਲਮ ਨਹੀਂ ਹੈ। ਜਿਹੜੀ ਮੇਨ ਪ੍ਰੋਬਲਮ ਹੈ ਉਹ ਥਰਡ ਪਾਰਟੀ ਹੈ। ਥਰਡ ਪਾਰਟੀ ਦਾ ਕੀ ਮਤਲਬ ਹੈ? ਜਿੱਥੇ ਔਰਤ ਦਾ ਐਗ ਨਹੀਂ ਬਣ ਰਿਹਾ ਤੇ ਸਾਨੂੰ ਹੋਰ ਕਿਸੇ ਲੇਡੀ ਤੋਂ ਐਗ ਲੈਣੇ ਪੈਂਦੇ ਆ, ਜਾਂ ਔਰਤ ਦਾ ਯੂਟਰਸ ਕੰਮ ਨਹੀਂ ਕਰ ਰਿਹਾ ਤਾਂ ਉੱਥੇ ਸਾਨੂੰ ਕਿਸੇ ਹੋਰ ਲੇਡੀ ਦਾ ਯੂਟਰਸ ਦੇ ਵਿੱਚ ਬੱਚਾ ਇੰਪਲਾਂਟ ਕਰਨਾ ਪੈਂਦਾ, ਜਿਹਨੂੰ ਸਰੋਗੇਸੀ ਕਹਿੰਦੇ ਆ। ਤੇ ਜੇ ਹਸਬੈਂਡ ਦੇ ਸਪਰਮ ਕਈ ਵਾਰੀ ਨਹੀਂ ਬਣ ਸਕਦੇ ਜਾਂ ਉਹਦੀ ਅੰਦਰ ਟੈਸਟਿਸ ਵੀ ਨਹੀਂ ਹੁੰਦੇ, ਉਦੋਂ ਸਾਨੂੰ ਡੋਨਰ ਬੈਂਕ ਤੋਂ ਸਪਰਮ ਵੀ ਲੈਣੇ ਪੈਂਦੇ, ਡੋਨਰ ਸਪਰਮ ਵੀ ਲੈਣੇ ਪੈਂਦੇ। ਪ੍ਰੋਬਲਮ ਉਸ ਏਰੀਆ 'ਚ ਹੈਗੀ ਆ। ਹੁਣ ਜਿਵੇਂ ਡੋਨਰਸ ਹੈ, ਹੁਣ ਪਿੱਛੇ ਵੀ ਤੁਸੀਂ ਕੇਸ ਸੁਣਿਆ ਹੋਣਾ ਇਰੋਡ ਦਾ, ਕਿ ਜਿੱਥੇ 16 ਸਾਲ ਦੀ ਲੜਕੀ ਦੇ ਐਗ ਲਿੱਤੇ ਗਏ, ਵਿਚ ਇਜ਼ ਵੈਰੀ ਅਨਐਥੀਕਲ ਫॉर ਐਨੀਬਡੀ ਟੂ ਡੂ ਦੈਟ। ਠੀਕ ਹੈ ਨਾ? ਇਸ ਤਰ੍ਹਾਂ ਦੀ ਮਾਲ ਪ੍ਰੈਕਟਿਸ ਬਹੁਤ ਸੀਗੀਆਂ। ਗਰੀਬ ਔਰਤਾਂ ਹੈ, ਉਹਨਾਂ ਨੂੰ ਪੈਸਾ ਚਾਹੀਦਾ ਹੈ, ਉਹਨਾਂ ਨੂੰ ਹੋਰ ਕੋਈ ਰਸਤਾ ਨਹੀਂ ਮਿਲ ਰਿਹਾ, ਤੇ ਮਲਟੀਪਲ ਟਾਈਮਸ ਐਗ ਦੇਈ ਜਾ ਰਹੀਆਂ ਹੈ, ਜਿਹੜੇ ਕਿ ਇਟਸ ਨਾਟ ਹੈਲਦੀ।
ਠੀਕ ਹੈ। ਇਦਾਂ ਹੀ ਸਪਰਮ ਡੋਨਰਸ ਹੈ, ਉਹ ਦੇ ਰਹੇ ਹੈ ਤੇ ਉਹਨਾਂ ਦੇ ਸਪਰਮ ਬਹੁਤ ਸਾਰੇ ਕਪਲਸ ਨੂੰ ਦਿੱਤੇ ਜਾ ਰਹੇ ਹੈ, ਜਿਹਦੇ ਕਰਕੇ ਮਤਲਬ ਕੰਸੈਂਗੁਇਨਿਟੀ ਜਿਹਨੂੰ ਆਪਾਂ ਕਹਿੰਦੇ ਆ ਵੀ ਪੇਰੈਂਟਸ ਦਾ ਪਤਾ ਨਹੀਂ ਲੱਗਦਾ ਵੀ ਕੀ ਹੈ, ਭੈਣ ਭਰਾ ਦੀ ਮੈਰਿਜ ਵੀ ਹੋ ਸਕਦੀ ਕਦੇ। ਠੀਕ ਹੈ, ਉਹ ਚੀਜ਼ਾਂ ਰੋਕਣ ਵਾਸਤੇ ਇਹ ਐਕਟ ਆਇਆ ਹੈ। ਠੀਕ ਹੈ, ਜਿਹੜੇ ਸੈਂਟਰ ਐਥੀਕਲੀ ਕੰਮ ਕਰ ਰਹੇ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਇਸ ਐਕਟ ਦੇ ਨਾਲ। ਵੀ ਆਰ ਵੈਰੀ ਹੈਪੀ ਕਿ ਇਹ ਐਕਟ ਆਇਆ ਹੈ। ਐਟਲੀਸਟ ਨਾਓ ਵੀ ਹੈਵ ਸਮ ਫਰੇਮਵਰਕ, ਲੀਗਲ ਫਰੇਮਵਰਕ, ਜਿਹਦੇ ਵਿੱਚ ਅਸੀਂ ਕੰਮ ਕਰਨਾ ਹੈ। ਮੇਨ ਪ੍ਰੋਬਲਮ ਜਿਹੜੀ ਤੁਸੀਂ ਕੁਐਸਚਨ ਪੁੱਛਿਆ ਕਿ ਐਕਟ ਦੇ ਨਾਲ ਇਹ ਪ੍ਰੋਬਲਮ ਸੋਲਵ ਹੋ ਜਾਣਗੀਆਂ, ਉਹ ਡਿਪੈਂਡ ਕਰਦਾ ਹੈ ਇੰਪਲੀਮੈਂਟੇਸ਼ਨ ਤੇ। ਇਸ ਟਾਈਮ ਤੇ ਜੇ ਅਸੀਂ ਪ੍ਰੋਬਲਮ ਫੇਸ ਕਰ ਰਹੇ ਹਾਂ ਉਹ ਹੈ ਡਿਲੇ ਇਨ ਇੰਪਲੀਮੈਂਟੇਸ਼ਨ। ਜਿਹੜੀਆਂ ਰੈਗੂਲੇਟਰੀ ਅਥਾਰਟੀਜ਼ ਹੈ, ਬੋਡੀਜ਼ ਹੈ, ਜਿਵੇਂ ਹਰ ਨੈਸ਼ਨਲ ਲੈਵਲ ਤੇ ਬੋਰਡ ਬਣਨਾ ਹੈ, ਉਹ ਹਾਲੇ ਤੱਕ ਪੂਰਾ ਫੰਕਸ਼ਨਲ ਨਹੀਂ ਹੈ। ਬਣ ਗਿਆ ਹੈ ਹੁਣੇ 2-3 ਦਿਨ ਪਹਿਲਾਂ ਹੀ ਉਹਦੀ ਨੋਟੀਫਿਕੇਸ਼ਨ ਆਈ ਹੈ, ਉਹਦੀ ਹਾਲੇ ਮੀਟਿੰਗਸ ਨਹੀਂ ਸ਼ੁਰੂ ਹੋਈਆਂ ਬਿਕੋਜ਼ ਮੈਕਸਿਮਮ ਗਾਈਡਲਾਈਨਸ ਆਰ ਗੋਇੰਗ ਟੂ ਕਮ ਫਰਮ that board. Then every state has to make a board, every state has to make an appropriate authority who would register the centers. ਉਹ ਹਾਲੇ ਤੱਕ ਨਹੀਂ ਹੋਇਆ ਤੇ ਇਸ ਕਰਕੇ ਸਾਰੇ ਸੈਂਟਰਸ ਕਨਫਿਊਜ਼ ਹੈ। ਸਾਨੂੰ 6 months ਦਾ ਟਾਈਮ ਦਿੱਤਾ ਗਿਆ ਸੀ ਆਫਟਰ ਇੰਪਲੀਮੈਂਟੇਸ਼ਨ ਆਫ ਦਿਸ ਲਾਅ। ਦਿਸ ਲਾਅ ਵਾਜ਼ ਇੰਪਲੀਮੈਂਟਡ ਔਨ 25th of January 22। 25th of January 22 ਤੋਂ enforcement ਚ ਹੈ। We are bound by the act now. We have to work according to the act. But at the same times, there's a lot of confusion regarding many clauses of this act which we don't have answers to. Register ਅਸੀਂ ਹੋਏ ਨਹੀਂ ਹਾਲੇ ਤੱਕ। 6 ਮਹੀਨੇ ਚ we were supposed to be registered, but ਹਾਲੇ ਤੱਕ ਅਸੀਂ ਹੋਏ ਨਹੀਂ registered. ਅਸੀਂ ਤਾਂ ਅਪਲਾਈ ਕਰਤਾ, ਪੈਸੇ ਵੀ ਜਮ੍ਹਾਂ ਕਰਾਤੇ, but we have not received our certificates. Plus ਦੇਖੋ ਨਾਰਮਲੀ ਗਵਰਨਮੈਂਟ ਸਾਨੂੰ ਗਾਈਡ ਕਰਦੀ ਵੀ ਇਦਾਂ ਤੁਸੀਂ ਡਾਟਾ ਭੇਜੋ, ਇਦਾਂ ਤੁਸੀਂ ਇਹ ਕਰਨਾ ਹੈ, ਇਹ ਤੁਸੀਂ ਰਿਕਾਰਡ ਮੇਨਟੇਨ ਕਰਨਾ ਹੈ। ਐਕਟ ਦੇ ਵਿੱਚ ਬਹੁਤ ਕੁਝ ਹੈਗਾ, ਉਹ ਰੂਲਸ ਆਏ ਹੋਏ ਹੈ, ਬਟ ਸਟਿਲ ਲੋਕਲ ਬੋਡੀ ਜਿਹੜੀ ਹੈ that is our guiding body. ਤੁਸੀਂ ਇੱਕ ਬੜੀ ਅਹਿਮ ਗੱਲ ਕਹੀ ਇਹਦੇ ਵਿੱਚ ਕਿ ਔਰਤਾਂ ਦੇ ਨਾਲ ਸ਼ੋਸ਼ਣ ਹੋ ਰਿਹਾ ਸੀ। ਕਈ ਵੇਲੇ ਇਹ ਵੀ ਹੋ ਜਾਂਦਾ ਕਿ ਔਰਤਾਂ ਨੂੰ, ਕਈਆਂ ਔਰਤਾਂ ਦੇ ਨਾਲ, ਇਹ ਬੜੀ ਅਹਿਮ ਚੀਜ਼ ਆ। ਮੈਨੂੰ ਲੱਗਦਾ ਕਿ ਇਸ ਐਕਟ ਦੇ ਨਾਲ ਉਸ ਚੀਜ਼ ਤੇ ਵੀ ਇੱਕ ਰੁਕਾ। ਮੇਨ ਪਰਪਸ ਉਹੀ ਹੈ ਜੀ, ਮੇਨ ਪਰਪਸ ਉਹੀ ਹੈ ਕਿ ਜਿੱਥੇ ਵੀ ਸ਼ੋਸ਼ਣ ਹੋ ਰਿਹਾ ਸੀ ਉਹਨੂੰ ਰੋਕਿਆ ਜਾਏ। ਚਾਹੇ ਪੈਸੇ ਲੈ ਲਏ ਜਾਂਦੇ ਸੀਗੇ, ਬਹੁਤ ਵੱਡੇ ਪੱਧਰ ਤੇ ਇਦਾਂ ਦੀਆਂ ਖਬਰਾਂ ਸਾਹਮਣੇ ਆ। ਹਾਂ, ਉਹ ਐਕਚੁਅਲੀ ਹੁੰਦਾ ਤਾਂ ਉਹ ਲੈਸ ਦੈਨ 1% ਕੇਸਿਸ ਹੈ, ਰੇਅਰ ਕੇਸਿਸ ਹੈ। ਹੁਣ ਜਿਵੇਂ ਇਹ 17 ਸਾਲ ਦੀ ਲੜਕੀ ਦਾ ਕੇਸ ਹੈ, ਇਹ ਮਤਲਬ ਵੀ ਵਰ ਆਲਸੋ ਸ਼ੌਕਡ। ਠੀਕ ਹੈ, ਨਾਰਮਲੀ ਅਸੀਂ ਵੀ ਡੋਂਟ ਸੀ ਸੱਚ ਥਿੰਗਸ ਹੈਪਨਿੰਗ ਇਨ ਐਨੀ ਆਫ ਦ IVF ਸੈਂਟਰਸ। ਠੀਕ ਹੈ, ਬਟ obviously if somewhere something is happening, government has a due responsibility to stop it. ਤੇ ਇਸੇ ਕਰਕੇ ਇਹ ਲਾਅ ਆਇਆ ਹੈ ਕਿ ਜਿਹੜਾ ਕੰਮ ਹੋਏ ਸਹੀ ਤਰੀਕੇ ਨਾਲ ਹੋਵੇ। the patients also should be comfortable, donor and surrogates ਦੇ ਵੀ ਇੰਟਰਸਟ ਹੋਣ, ਡਾਕਟਰਸ ਵੀ ਆਪਣੇ ਲੀਗਲ ਫਰੇਮਵਰਕ ਚ ਕੰਮ ਕਰਨ ਤਾਂ ਕਿ ਕੋਈ ਉਂਗਲੀ ਨਾ ਉਠਾ ਸਕੇ ਉਹਨਾਂ ਤੇ। ਐਕਟ ਤਾਂ ਇਨ ਸਪਿਰਿਟ ਤਾਂ ਬਹੁਤ ਅੱਛਾ ਹੈ, ਬਟ ਪ੍ਰੋਬਲਮ ਸਾਨੂੰ ਇੰਪਲੀਮੈਂਟੇਸ਼ਨ ਦੀ ਆ ਰਹੀ ਹੈ ਇਸ ਟਾਈਮ ਤੇ। ਇੰਪਲੀਮੈਂਟੇਸ਼ਨ ਉਸ ਤਰੀਕੇ ਨਾਲ ਨਹੀਂ ਹੋ ਰਹੀ। ਐਡਵੋਕੇਟ ਅਗਰਵਾਲ ਸਾਡੇ ਨਾਲ ਨੇ। ਅਗਰਵਾਲ ਸਾਹਿਬ, ਜੇ ਅਸੀਂ ਲੀਗਲ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰੀਏ, ਲੀਗਲ ਤੌਰ ਤੇ ਵੀ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਨੇ। ਇਸ ਵੇਲੇ ਜਿਹੜੀਆਂ ਚੁਣੌਤੀਆਂ ਨੇ ਇਸ ਲਾਅ ਦੇ ਕਰਕੇ ਜਾਂ ਇਸ ਐਕਟ ਦੇ ਕਰਕੇ, ਜੇ ਉਹ ਤੁਸੀਂ ਦੱਸਣ ਦੀ ਕੋਸ਼ਿਸ਼ ਕਰੋ ਜਾਂ ਉਹਨਾਂ ਤੋਂ ਡਾਕਟਰਸ, ਕਿਉਂਕਿ ਡਾਕਟਰਾਂ ਦੇ ਲਈ ਵੀ ਇੱਕ ਚੁਣੌਤੀ ਹੈ ਇਹ, ਤਾਂ ਉਹਨਾਂ ਨੇ ਕਿਵੇਂ ਇੰਪਲੀਮੈਂਟੇਸ਼ਨ ਕਰਨੀ, ਕਿਉਂਕਿ ਉੱਪਰੋਂ ਹਲੇ ਗਾਈਡਲਾਈਨਸ ਤਾਂ ਆ ਗਈਆਂ ਪਰ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ। एक्चुअली दिस एक्ट नीड्स, इस एक्ट को चाहिए एक रजिस्ट्रेशन एक बोर्ड के अंदर। वो बोर्ड अभी तक प्रॉपरली ऑपरेशनल नहीं हुआ, अथॉरिटी अभी सेटअप नहीं हुई। डॉक्टर्स आर वांटिंग कि हमारा जितनी जल्दी हो सकता है सेट डाउन हो एंड वी कैन वर्क इट विदाउट एनी पेन। एक अगर आपका पता है कि हमने इस पाथ पे चलना है, सो वी वांट टू रन इट विदाउट एनी एम्बिग्यूटी। अभी एम्बिग्यूटी है क्योंकि बॉडीज नहीं फ्रेम हुई हैं, विच द गवर्नमेंट इज ऑल्सो लुकिंग आफ्टर कि जितनी जल्दी हो सके। बट वी एज द एंड ऑफ द डॉक्टर्स वी वांट, या क्लिनिक्स की तरफ से हम चाहिए कि जल्दी से ये फॉर्म अप हो, सो दैट हम स्ट्रीमलाइन करके अपने काम को वी शुड बी क्लियर कि व्हाट शुड वी डू, कौन से रजिस्ट्रेशन हैं, कौन से फॉर्म्स हैं, क्या हमारा मोडस ऑफ ऑपरेंडा होना चाहिए, सो दैट वी कैन वर्क फ्री एंड देयर शुड बी नो एम्बिग्यूटी इन ऑपरेशंस ऑफ द एनी प्रोसीजर्स। So we are just wanting ki we are hoping that the UT administration and the center, they expedite the entire process of registration and basically constituting of the appropriate authority as soon as possible. ਤੁਸੀਂ ਕਿਉਂਕਿ ਡਾਕਟਰਸ ਦੇ ਵੱਲੋਂ ਆਪਣਾ ਪੱਖ ਰੱਖਣਾ ਹੈਗਾ ਲੀਗਲ ਤੌਰ ਤੇ, ਬੜੀ ਅਹਿਮ ਚੀਜ਼ ਹੋ ਜਾਂਦੀ।
ਪ੍ਰਸ਼ਾਸਨ ਦੇ ਨਾਲ ਜਾਂ ਜਿਵੇਂ ਤੁਸੀਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਰਹੇ ਹੋ, ਹੁਣ ਤੱਕ ਕੋਈ ਅਫੀਸ਼ੀਅਲ ਤੌਰ ਤੇ ਕੋਈ ਪਹੁੰਚ ਕੀਤੀ ਗਈ ਉਹਨਾਂ ਤੱਕ, ਖਾਸ ਕਰਕੇ ਚੰਡੀਗੜ੍ਹ ਦੀ ਅਸੀਂ ਗੱਲ ਕਰ ਰਹੀ ਜਾਂ ਇਸ ਇਲਾਕੇ ਦੀ ਗੱਲ ਕਰ ਰਹੇ? We are in our way and we have approached the authorities also. Central level पे भी हमने approach किया है. The society is also looking after. Day and night letters we have been formulating and उनको float कर रहे हैं आगे, ताकि the matter को जल्दी से जल्दी इस चीज़ को formalize किया जाए and इसमें bodies की constitution हो, ताकि आपका जो अथॉरिटी है जिसके आगे रजिस्ट्रेशन होनी है एंड जिसके आगे आगे उनके बाय लॉज के हिसाब से हमने ऑपरेट करना है, दैट शुड बी फॉर्म्ड इमीडिएटली. ਮੈਮ ਇੱਕ ਬੜੀ ਅਹਿਮ ਚੀਜ਼ ਹੈ ਕਿ ਬਹੁਤ ਸਾਰੇ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਉਣੀ, ਕਿਉਂਕਿ ਪੰਜਾਬ ਦੀ ਅਸੀਂ ਗੱਲ ਕਰ ਲਈਏ, ਚੰਡੀਗੜ੍ਹ ਦੀ ਗੱਲ ਕਰ ਲਈਏ ਜਾਂ ਪੂਰੇ ਦੇਸ਼ ਦੀ ਗੱਲ ਕਰ ਲਈਏ, ਤਾਂ ਇਨਫੋਰਮੇਸ਼ਨ ਲੋਕਾਂ ਤੱਕ ਜਾਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਲੱਗਦਾ ਕਿ ਗਵਰਨਮੈਂਟ ਦੇ ਵੱਲੋਂ ਐਪਰੋਪ੍ਰੀਏਟ ਐਕਸ਼ਨਸ ਲਏ ਜਾ ਰਹੇ ਨੇ ਇਸ ਐਕਟ ਦੇ ਸੰਬੰਧ ਵਿੱਚ? ਜਿਵੇਂ ਤੁਸੀਂ ਦੱਸਿਆ ਕਿ ਐਕਟ ਤਾਂ ਬਣਾ ਦਿੱਤਾ ਗਿਆ ਪਰ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ। ਇੰਪਲੀਮੈਂਟੇਸ਼ਨ ਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਗਵਰਨਮੈਂਟ ਦੀ ਹੈ। हाँ, गवर्नमेंट दी है, पर आई थिंक गवर्नमेंट इज टेकिंग इट्स टाइम. दे आर गोइंग स्टेप वाइज के हो, बट राइट नाउ दे आर मोर इंटरेस्टेड के बॉडीज बन जान ते सेंटर रजिस्टर हो जान, फिर हौली हौली डिटेल्स आनगे। ठीक है, मैं मेरा मेन पर्पस मतलब मेरी अपील है प्रेस तो कि ਇਹਦੀ ਅਵੇਅਰਨੈਸ ਪ੍ਰੈਸ ਫੈਲਾਵੇ। ਗਵਰਨਮੈਂਟ ਦੀ ਜ਼ਿੰਮੇਵਾਰੀ, ਗਵਰਨਮੈਂਟ ਨੇ ਜਿੰਨਾ ਵੀ ਕੁਝ ਹੈਗਾ ਐਵਰੀਥਿੰਗ ਇਜ਼ ਇਨ ਪਬਲਿਕ ਡੋਮੇਨ। all ਜਿਹੜੇ ਡਾਕੂਮੈਂਟਸ ਹੈ ਸਾਰੇ ਪਬਲਿਕ ਡੋਮੇਨ 'ਚ ਹੈ। ਐਵਰੀਥਿੰਗ ਯੂ ਕੈਨ ਡਾਊਨਲੋਡ ਫਰਮ ਨੈਟ, ਦੇਰ ਇਜ਼ नो ਪ੍ਰੋਬਲਮ दैट वे। ਤੇ ਰਜਿਸਟਰੀ ਬਣ ਚੁੱਕੀ ਹੈ, ਸੈਂਟਰਲ ਗਵਰਨਮੈਂਟ ਸਪੀਡ ਨਾਲ ਕੰਮ ਕਰ ਰਹੀ ਹੈ, ਬਟ ਸਟੇਟ ਲੈਵਲ ਤੇ ਹਲੇ ਲੋਟ ਆਫ ਕਨਫਿਊਜ਼ਨ ਹੈ ਤੇ ਬਿਕੋਜ਼ ਇੰਪਲੀਮੈਂਟੇਸ਼ਨ ਸਟੇਟ ਨੇ ਕਰਨੀ ਹੈ। ਠੀਕ ਹੈ, ਦੂਜੀ ਚੀਜ਼ ਹੈ ਕਿ ਜਿਹੜੇ ਚੇਂਜ ਆਫ ਲਾਜ਼ ਦੇ ਕਾਰਨ ਮਤਲਬ ਸੈਂਟਰਸ ਨੂੰ ਪੇਸ਼ੈਂਟ ਆਉਂਦੇ ਆ, ਅਸੀਂ ਪੇਸ਼ੈਂਟਸ ਨੂੰ ਐਕਸਪਲੇਨ ਕਰਦੇ ਹਾਂ ਲਾਅ ਦੇ ਹਿਸਾਬ ਨਾਲ, ਤੇ ਉਹ ਥੋੜੀ ਜਿਹੀ ਡਿਫਿਕਲਟੀਜ਼ ਆ ਰਹੀਆਂ। ਇੱਕ ਹੋਰ ਡਿਫਿਕਲਟੀ ਜਿਹੜੀ ਮੇਜਰ ਆ ਰਹੀ ਹੈ ਉਹ ਹੈ ਇੰਸ਼ੋਰੈਂਸ ਦੀ। ਇਸ ਲਾਅ ਦੇ ਵਿੱਚ ਬੜਾ ਅੱਛਾ ਇੱਕ ਕੰਮ ਕੀਤਾ ਗਵਰਨਮੈਂਟ ਨੇ ਕਿ ਇੰਸ਼ੋਰੈਂਸ ਦਾ ਪ੍ਰੋਵੀਜ਼ਨ ਕੀਤਾ ਫॉर ਸਰੋਗੇਟਸ ਐਂਡ ਡੋਨਰਸ ਫॉर ਐਨੀ ਕੰਪਲਿਕੇਸ਼ਨਸ। ਡੋਨਰਸ ਵਾਸਤੇ 1 ਸਾਲ ਦਾ ਹੈਲਥ ਇੰਸ਼ੋਰੈਂਸ ਲੈਣਾ ਹੈ ਤੇ ਸਰੋਗੇਟਸ ਵਾਸਤੇ 3 ਸਾਲ ਦਾ ਹੈਲਥ ਇੰਸ਼ੋਰੈਂਸ ਲੈਣਾ ਹੈ, ਕਵਰਿੰਗ ਆਲ ਸਪੈਸੀਫਾਈਡ ਲਾਸਿਸ, ਡੈਮੇजेस, complications, death and also death. But right now there is no insurance company which is coming forward or which has this provision कि ਜਿਹੜੀ death भी cover कर दे, ਜਿਹੜੀ damage भी cover कर दे, ਜਿਹੜੀ complications भी cover कर दे ਤੇ losses भी cover कर दे ਤੇ immediately effective ਹੋਵੇ ਤੇ IVF ਵੀ cover ਕਰੇ। ਤੇ ਉਹ ਹਾਲੇ ਤੱਕ ਕੋਈ ਨਹੀਂ ਆਇਆ। ਤੇ ਹੁਣ ਜਿਹੜੇ ਡੋਨਰ ਕੇਸ ਹੈ ਉਹ ਸਟੈਂਡ ਸਟਿਲ ਹੈ। ਹੁਣ ਅਸੀਂ ਕੋਈ ਡੋਨਰ ਕੇਸ ਨਹੀਂ ਕਰ ਸਕਦੇ ਕਿਉਂਕਿ ਨਾ ਸਾਡੇ ਕੋਲ ਇੰਸ਼ੋਰੈਂਸ ਹੈ। एफिडेविट बनवाना है टू द इफेक्ट के इंश्योरेंस ਅਸੀਂ ਖਰੀਦਾਂਗੇ। ਕਮਿਸ਼ਨਿੰਗ ਕਪਲ ਇਜ਼ ਰੈਡੀ ਕਿ ਅਸੀਂ ਦੇ ਦਿੰਦੇ ਹਾਂ ਵੀ ਅਸੀਂ ਖਰੀਦ ਲਾਂਗੇ, ਪੈਸੇ ਵੀ ਲਗਾਉਣ ਨੂੰ ਤਿਆਰ ਹੈ, ਬਟ ਇੰਸ਼ੋਰੈਂਸ ਪਾਲਿਸੀ ਨਹੀਂ ਹੈ ਕੋਈ ਸਾਡੇ ਕੋਲ। ਇੱਕ ਆਖਰੀ ਸਵਾਲ, ਤੁਸੀਂ ਇੱਕ ਬੜੀ ਅਹਿਮ ਪੁਆਇੰਟ ਇਹ ਵੀ ਕਿਹਾ ਸੀਗਾ ਕਿ ਇਸ ਤੋਂ ਪਹਿਲਾਂ ਪੈਸੇ ਲੈ ਕੇ ਸੈਰੋਗੇਸੀ ਹੁੰਦੀ ਸੀ ਤੇ ਇਸ ਐਕਟ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਹੁਣ ਪੈਸੇ ਲੈ ਕੇ ਸੈਰੋਗੇਸੀ ਨਹੀਂ ਹੋਏਗੀ, ਨਹੀਂ ਹੋਏਗੀ, ਸਰੋਗੇਸੀ ਵੀ ਨਹੀਂ ਹੋਏਗੀ, ਡੋਨਰ ਵੀ ਹੋਏਗੇ। ਬਟ ਵਾਟ ਵੀ ਥਿੰਕ ਦੈਟ ਜੇ ਸਪੈਸੀਫਾਈਡ ਲਾਸਿਸ ਜਿਹੜੇ ਕਵਰ ਕਰਨੇ ਹੈ ਉਹਦੇ ਵਿੱਚ ਜਿਹੜੇ ਲਾਸ ਆਫ ਵੇਜਿਸ ਹੈ, ਟਰੈਵਲ ਹੈ, ਹੋਰ ਐਕਸਪੈਂਸਿਸ ਹੈ, ਉਹਦੀ ਵੀ ਕਲੈਰੀਫਿਕੇਸ਼ਨ ਸਾਨੂੰ ਚਾਹੀਦੀ ਹੈ ਕਿ ਕੀ ਕੁਝ ਅਸੀਂ ਕੰਪਨਸੇਟ ਕਰਦੇ ਹਾਂ। ਹੁਣ ਇੱਕ ਡੋਨਰ ਕੇਸ ਹੈ, ਉਹਨੇ ਆਲਮੋਸਟ 30 ਡੇਜ਼ ਲਈ ਸਾਡੇ ਕੋਲ ਆਉਣਾ ਡੇਲੀ, ਇੰਜੈਕਸ਼ਨ ਲਵਾਉਣ, ਅਲਟਰਾਸਾਊਂਡ ਕਰਨ, ਪ੍ਰੋਸੀਜਰ ਕਰਾਉਣ, ਐਡਮਿਟ ਵੀ ਹੋਣਾ, ਸਾਰਾ ਕੁਝ ਹੋਣਾ। ਤੇ ਉਹ ਆਬਵੀਅਸਲੀ ਵਟਐਵਰ ਚਾਹੇ ਉਹ ਕੁਝ ਵੀ ਕਰ ਰਹੀ ਹੈ, ਉਹ ਆਪਣਾ ਕੰਮ ਛੱਡ ਕੇ ਆਏਗੀ, ट्रैवल करके आएगी, चाहे 3 व्हीलर चाहे किसी तरह भी आए, या सेंटर अरेंज करेगा ट्रांसपोर्ट ਉਹਦੇ ਲਈ। ठीक है ना, डाइट है, ਹੋਰ ਐਕਸਪੈਂਸਿਸ, ਹਾਂ ਹੋਰ ਐਕਸਪੈਂਸਿਸ ਹੋ ਜਾਂਦੇ ਹੈ। ਤੇ ਸਰੋਗੇਟਸ ਦੇ ਲਈ ਤਾਂ ਕਈ ਵਾਰੀ ਉਹਨਾਂ ਨੂੰ ਮਤਲਬ ਰੈਸਟ ਵਗੈਰਾ ਐਡਵਾਈਸ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਮੇਡ ਆਪਣੀ ਰੱਖਣੀ ਪੈਂਦੀ ਹੈ ਕੇਅਰ ਵਾਸਤੇ, ਤੇ ਉਹ ਐਕਸਪੈਂਸਿਸ ਕੰਪਨਸੇਟ ਅਸੀਂ ਕਿਵੇਂ ਕਰੀਏ ਉਹਨਾਂ ਨੂੰ, ਇਹ ਵੀ ਇੱਕ ਕਲੈਰੀਫਿਕੇਸ਼ਨ ਚਾਹੀਦੀ। ਇੱਕ ਵੱਡਾ ਸਵਾਲ ਹੈ ਇਹਦੇ ਵਿੱਚ ਮੈਮ, ਇੱਕ ਜਿਵੇਂ ਅਸੀਂ ਇਹ ਤਾਂ ਕਹਿੰਦੇ ਕਿ ਆਲ ਐਕਸਪੈਂਸਿਸ ਵਿਲ ਬੀ ਬੋਰਨ ਬਾਈ ਦੀ ਕਮਿਸ਼ਨਿੰਗ ਕਪਲ। ਉਹੀ ਮੈਂ ਸਵਾਲ ਕਰਨ ਲੱਗਾ ਸੀ ਕਿ ਇੱਕ ਪ੍ਰੋਸੀਜਰ ਫੋਲੋ ਕਰਨਾ ਪਊਗਾ, ਹੁਣ ਰਜਿਸਟਰਡ ਹੋਣਾ ਪਊਗਾ, ਸਾਰੀ ਜਾਣਕਾਰੀ ਦੇਣੀ ਪਊਗੀ। ਹਾਂ, ਉੱਥੇ ਕੋਈ ਪ੍ਰੋਬਲਮ ਨਹੀਂ ਹੈ। ਦੇਖੋ ਸੈਂਟਰ ਰਜਿਸਟਰ ਹੋ ਜਾਣਗੇ, ART ਬੈਂਕ ਰਜਿਸਟਰ ਹੋ ਜਾਣਗੇ, ਸਰੋਗੇਸੀ ਕਲੀਨਿਕ ਰਜਿਸਟਰ ਹੋ ਜਾਣਗੇ, ਉਹ ਸਭ ਬਹੁਤ ਅੱਛਾ ਹੈ। ਹੁਣ ਐਨੀਬਡੀ ਔਰ ਐਵਰੀਬਡੀ ਔਰ ਐਨੀਵੇਅਰ ਦੇ ਕੈਨ ਨਾਟ ਡੂ IVF ਸਰੋਗੇਸੀ। ਰਜਿਸਟਰਡ ਕਲੀਨਿਕਸ ਕਰਨਗੇ, ਰਜਿਸਟਰਡ ਬੈਂਕਸ ਦੇਣਗੇ ਸੈਂਪਲ ਵੀ ਤੇ ਡੋਨਰ ਵੀ, ਉਹ ਸਭ ਵਧੀਆ ਹੈਗਾ। ਐਵਰੀਥਿੰਗ ਇਜ਼ ਫਾਈਨ। The spirit of the law is very good. There is no doubt about it. We are all very happy with it. But we want clarifications regarding lot of issues.
ਕਲੀਅਰਿਟੀ ਚਾਹੀਦੀ ਹੈ ਸਰ। ਸੋ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਸਮਝਣ ਵਾਲੀਆਂ ਸੀ, ਲੋਕਾਂ ਤੱਕ ਵੀ ਜਾਣਕਾਰੀ ਪਹੁੰਚਣੀ ਬੜੀ ਜ਼ਰੂਰੀ ਹੈ ਕਿ ਇਹ ਐਕਟ ਕਹਿੰਦਾ ਕੀ ਹੈਗਾ। ਤਾਂ ਡਾਕਟਰ ਸਾਹਿਬ ਨੇ ਤੇ ਐਡਵੋਕੇਟ ਸਾਹਿਬ ਨੇ ਸਾਰਾ ਕੁਝ ਬੜੇ ਬਾਬਾਕੀ ਢੰਗ ਦੇ ਨਾਲ ਦੱਸਿਆ ਹੈਗਾ ਕਿ ਕਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਇਸ ਐਕਟ ਦੇ ਵਿੱਚ ਚੰਗੀਆਂ ਨੇ ਤੇ ਨਾਲ ਰੈਗੂਲੇਸ਼ਨਸ ਜਿਹੜੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਹਲੇ ਸੁਧਾਰ ਦੀ ਲੋੜ ਹੈ ਜਾਂ ਜਿਹੜੀਆਂ ਇੰਪਲੀਮੈਂਟੇਸ਼ਨਸ ਹੋ ਜਾਣੀਆਂ ਚਾਹੀਦੀਆਂ ਉਹਨਾਂ ਦੀ ਮੰਗ ਵੀ ਕਰ ਰਹੇ ਨੇ। ਫਿਲਹਾਲ ਦੇਖਣਾ ਹੋਵੇਗਾ ਕਿ ਗਵਰਨਮੈਂਟ ਕਦੋਂ ਇਸ ਪੂਰੇ ਐਕਟ ਨੂੰ ਚੰਗੀ ਤਰੀਕੇ ਦੇ ਨਾਲ ਜ਼ਮੀਨੀ ਤੌਰ ਤੇ ਲਾਗੂ ਕਰ ਪਾਉਂਦੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਵਿਚਾਰ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।